ਕੱਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ BA ਸਮੈਸਟਰ 3 ਪੰਜਾਬੀ ਲਾਜ਼ਮੀ ਦੇ ਵਿੱਚ ਆਪਾਂ ਕੁਇਕ ਰਿਵੀਜ਼ਨ ਕਰ ਰਹੇ ਹਾਂ। ਲਾਸਟ ਮਿੰਟ ਪ੍ਰੈਪਰੇਸ਼ਨ ਵੀਡੀਓ ਹੈ ਇਹ, ਬਿਕੋਜ਼ ਬਹੁਤ ਸਾਰੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਬਾਰੇ ਨਹੀਂ ਸਮਝ ਆ ਰਿਹਾ, ਤਾਂ ਥੋੜਾ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਸਭ ਤੋਂ ਪਹਿਲਾਂ ਤਾਂ ਰਿਗਵੇਦ ਸੰਸਕ੍ਰਿਤੀ ਦੇ ਵਿੱਚੋਂ ਰਿਗਵੇਦਿਕ ਸੰਸਕ੍ਰਿਤ ਦੇ ਵਿੱਚੋਂ ਕਿਹੜੀ ਭਾਸ਼ਾ ਪ੍ਰਕਿਰਤੀ ਭਾਸ਼ਾ ਜਾਂ ਫਿਰ ਇਸ ਦਾ ਜਨਮ ਹੋਇਆ। ਤਾਂ 5 ਪ੍ਰਕਿਰਤਿਕ ਭਾਸ਼ਾਵਾਂ ਦਾ ਜਨਮ ਹੋਇਆ: ਸ਼ੌਰਸੈਨੀ, ਮਗਧੀ, ਅਰਧ-ਮਗਧੀ, ਮਹਾਰਾਸ਼ਟਰੀ ਅਤੇ ਪਸ਼ਾਚੀ 500 ਤੋਂ 100 ਈਸਵੀ ਪੂਰਵ ਤੱਕ। ਠੀਕ ਹੈ, ਤਾਂ ਉਸ ਤੋਂ ਬਾਅਦ 'ਚ ਪੰਜਾਬੀ ਭਾਸ਼ਾ ਕਿਹੜੀ ਅਪਭ੍ਰੰਸ਼ ਵਿੱਚੋਂ ਵਿਕਸਿਤ ਹੋਈ ਹੈ। ਹੁਣ ਦੇਖੋ, ਪੰਜਾਬੀ ਭਾਸ਼ਾ ਜਿਹੜੀ ਹੈ ਸ਼ੌਰਸੈਨੀ ਪੇਸ਼ਾਚੀ ਅਪਭ੍ਰੰਸ਼ ਭਾਸ਼ਾ ਦੇ ਵਿੱਚੋਂ ਜਿਹੜੀ ਹੈ ਨਿਕਲੀ ਹੈ। ਉਪ ਬੋਲੀਆਂ ਟੱਕੀ ਅਤੇ ਕੈਕਏ ਦੇ ਵਿੱਚੋਂ ਵੀ ਇਹ ਜਿਹੜੀ ਹੈਗੀ ਨਿਕਲੀ ਹੈ। ਸਰਸਵਤੀ ਦਰਿਆ ਤੋਂ ਰਾਵੀ ਤੱਕ ਸ਼ੌਰਸੈਨੀ ਦੀ ਉਪਭਾਸ਼ਾ ਟੱਕੀ ਪ੍ਰਚਲਿਤ ਸੀ, ਪਰ ਰਾਵੀ ਤੋਂ ਪਾਰ ਪੇਸ਼ਾਚੀ ਦੀ ਉਪਬੋਲੀ ਕੇਕਿਆ। ਮਤਲਬ ਤੁਸੀਂ ਸਿੰਪਲ ਲਿਖ ਸਕਦੇ ਹੋ, ਸ਼ੌਰਸੈਨੀ ਅਤੇ ਪੇਸ਼ਾਚੀ ਅਪਭ੍ਰੰਸ਼ ਭਾਸ਼ਾ ਦੇ ਵਿੱਚੋਂ ਸਾਡੀ ਪੰਜਾਬੀ ਜਿਹੜੀ ਹੈ ਭਾਸ਼ਾ ਨਿਕਲੀ ਹੈ। ਸ਼ੌਰਸੈਨੀ ਅਤੇ ਪੇਸ਼ਾਚੀ ਅਪਭ੍ਰੰਸ਼ ਭਾਸ਼ਾ ਨੇ ਇਹ ਦੋਨੋਂ। ਅਪਭ੍ਰੰਸ਼ ਵਿੱਚ ਪੰਜਾਬੀ ਭਾਸ਼ਾ ਦਾ ਜਨਮ ਕਦੋਂ ਹੋਇਆ? 1000 ਈਸਵੀ ਦੇ ਲਗਭਗ ਹੋਇਆ। ਅਤੇ ਜੋਗੀਆਂ ਦੀ ਨਾਥਾਂ ਦੀ ਭਾਸ਼ਾ ਦੇ ਵਿੱਚੋਂ ਸਾਨੂੰ ਇਹ ਭਾਸ਼ਾ ਜਿਹੜੀ ਹੈ ਪੰਜਾਬੀ ਦੀ ਅਪਭ੍ਰੰਸ਼ ਭਾਸ਼ਾ ਜਿਹੜੀ ਹੈ ਦੇਖਣ ਨੂੰ ਮਿਲਦੀ ਹੈ। ਸ਼ੇਖ ਫਰੀਦ ਜੀ ਦੀ ਰਚਨਾ ਅਪਭ੍ਰੰਸ਼ ਭਾਸ਼ਾ ਤੋਂ ਬਿਲਕੁਲ ਮੁਕਤ ਰਹੀ ਹੈ। ਤਾਂ ਇਟ ਮੀਨਸ 10ਵੀਂ ਸਦੀ 'ਚ ਜਿਹੜੇ 9ਵੀਂ 10ਵੀਂ ਸਦੀ ਦੇ ਵਿੱਚ ਨਾਥ ਸੀਗੇ, ਜੋਗੀ ਸੀ, ਇਹਨਾਂ ਦੀਆਂ ਭਾਸ਼ਾਵਾਂ 'ਚੋਂ ਸਾਨੂੰ ਪੰਜਾਬੀ ਅਪਭ੍ਰੰਸ਼ ਭਾਸ਼ਾ ਜਿਹੜੀ ਹੈ ਪਹਿਲੀ ਦੇਖਣ ਨੂੰ ਮਿਲਦੀ ਹੈ। ਪੰਜਾਬੀ ਭਾਸ਼ਾ ਦਾ ਹਿੰਦੀ ਅਤੇ ਉਰਦੂ ਨਾਲ ਕੀ ਸੰਬੰਧ ਹੈ? ਹੁਣ ਦੇਖੋ, ਹਿੰਦੀ ਅਤੇ ਉਰਦੂ ਵਾਂਗ ਇਹ ਵੀ ਜਿਹੜੀ ਆਪਣੀ ਪੰਜਾਬੀ ਭਾਸ਼ਾ ਆਰੀਆ ਭਾਸ਼ਾ ਦੇ ਨਾਲ ਜਿਹੜੀ ਹੈ ਸੰਬੰਧ ਰੱਖਦੀ ਹੈ, ਅਤੇ ਉਰਦੂ ਵਿੱਚ ਸਾਰੀ ਵਿਆਕਰਣ ਹਿੰਦੀ ਦੀ ਵਰਤੀ ਜਾਂਦੀ ਹੈ। ਪੰਜਾਬੀ ਨਾਲ ਸੰਬੰਧਿਤ ਭਾਰਤ ਦੀਆਂ ਹੋਰ ਭਾਸ਼ਾਵਾਂ ਜਿਵੇਂ ਮਰਾਠੀ ਹੋ ਗਈ, ਗੁਜਰਾਤੀ ਹੋ ਗਈ, ਉੜੀਆ, ਸਿੰਧੀ, ਰਾਜਸਥਾਨੀ, ਕਸ਼ਮੀਰੀ, ਇਹ ਵੀ ਜਿਹੜਾ ਹੈ ਵੱਡੀਆਂ ਛੋਟੀਆਂ ਭੈਣਾਂ ਵਰਗਾ ਇਹਨਾਂ ਦਾ ਕੰਮ ਹੈ। ਤਾਂ ਕਹਿਣ ਦਾ ਮਤਲਬ ਹਿੰਦੀ ਦੇ ਕਾਫੀ ਸਾਰੇ ਜਿਹੜੇ ਵਿਆਕਰਣ ਦੇ ਉਹ ਨੇ ਉਹ ਪੰਜਾਬੀ 'ਚ ਵੀ ਯੂਜ਼ ਹੁੰਦੇ ਆ। ਉਰਦੂ ਵੀ ਜਿਹੜੀ ਹੈਗੀ, ਕਿਉਂਕਿ ਉਰਦੂ ਲਈ ਇਹ ਹਿੰਦੀ ਦੀ ਲਿਪੀ ਯੂਜ਼ ਕੀਤੀ ਜਾਂਦੀ ਹੈ, ਹੈ ਨਾ, ਸਾਰੀ ਵਿਆਕਰਣ ਹਿੰਦੀ ਵਾਲੀ ਯੂਜ਼ ਕੀਤੀ ਜਾਂਦੀ ਹੈ। ਸੋ ਤਾਂ ਕਰਕੇ ਜਿਹੜਾ ਹੈਗਾ ਇਹ ਆਪਸ ਦੇ ਵਿੱਚ ਮਿਲਦੀਆਂ ਜੁਲਦੀਆਂ ਨੇ। ਪੰਜਾਬੀ ਦੇ ਕਿਹੜੀਆਂ ਭਾਸ਼ਾਵਾਂ ਦਾ ਜਿਹੜਾ ਹੈਗਾ ਪ੍ਰਭਾਵ ਪਿਆ? ਦਰਾਵਿੜ ਦਾ ਪਿਆ, ਫਾਰਸੀ ਦਾ ਪਿਆ, ਅਰਬੀ ਦਾ ਪਿਆ, ਯੂਨਾਨੀ ਦਾ ਪਿਆ। ਠੀਕ ਹੈ, ਜਿਵੇਂ ਹਮਲਾਵਰ ਆਉਂਦੇ ਰਹੇ ਉਵੇਂ ਹੀ ਸਾਡੀਆਂ ਭਾਸ਼ਾਵਾਂ ਵਿਗੜਦੀਆਂ ਗਈਆਂ। ਉਪਭਾਸ਼ਾ ਕਿਹੜੀ ਕਹਿੰਦੇ ਆ? ਤਾਂ ਉਪਭਾਸ਼ਾ ਨੂੰ ਬੋਲੀ ਦਾ ਵੀ ਨਾਮ ਦਿੱਤਾ ਜਾਂਦਾ ਹੈ, ਵਿਭਾਸ਼ਾ ਦਾ ਵੀ, ਪ੍ਰਾਂਤਕ ਭਾਸ਼ਾ ਦਾ ਵੀ। ਜਿਸ ਤਰ੍ਹਾਂ ਬਹੁਤ ਸਾਰੇ ਵਿਅਕਤੀ ਬੋਲੀਆਂ ਮਿਲ ਕੇ ਸਥਾਨਕ ਬੋਲੀ ਦਾ ਨਿਰਮਾਣ ਕਰਦੀਆਂ ਨੇ, ਜਿਹੜੀਆਂ ਵਿਅਕਤੀ ਬੋਲੀਆਂ ਹੁੰਦੀਆਂ ਨੇ, ਇਸ ਤਰ੍ਹਾਂ ਬਹੁਤ ਸਾਰੀਆਂ ਸਥਾਨਕ ਬੋਲੀਆਂ ਮਿਲ ਕੇ ਉਪਭਾਸ਼ਾ ਦਾ ਨਿਰਮਾਣ ਕਰਦੇ। ਹੁਣ ਦੇਖੋ, ਪੰਜਾਬੀ ਭਾਸ਼ਾ ਹੈ ਤਾਂ ਇਸ ਦੀਆਂ ਬਹੁਤ ਸਾਰੀਆਂ ਉਪਭਾਸ਼ਾਵਾਂ ਨੇ। ਫੋਰ ਐਗਜ਼ਾਮਪਲ, ਮਾਝੀ, ਮਲਵਈ, ਦੁਆਬੀ, ਪੁਆਧੀ, ਪੋਠੋਹਾਰੀ, ਡੋਗਰੀ, ਮੁਲਤਾਨੀ, ਹੈ ਨਾ। ਤਾਂ ਭਾਸ਼ਾ ਅਤੇ ਉਪਭਾਸ਼ਾ 'ਚ ਕੀ ਅੰਤਰ ਹੈ? ਭਾਸ਼ਾ ਜਿਹੜੀ ਹੈਗੀ ਹੈ ਉਹ ਟਕਸਾਲੀ, ਆਪਾਂ ਕਹਿ ਸਕਦੇ ਹਾਂ ਟਕਸਾਲੀ ਭਾਸ਼ਾ ਹੁੰਦੀ ਹੈ, ਜਿਹੜੀ ਸਾਰੇ ਕਿਤੇ ਆਪਾਂ ਕਾਰਜਾਂ ਦੇ ਵਿੱਚ ਵਰਤਦੇ ਹਾਂ, ਬੁੱਕਸ ਦੇ ਵਿੱਚ ਵਰਤਦੇ ਹਾਂ, ਲਿਟਰੇਚਰ ਦੇ ਵਿੱਚ ਵਰਤਦੇ ਹਾਂ, ਸਮਾਚਾਰ ਪੱਤਰ 'ਚ ਵਰਤਦੇ ਹਾਂ। ਭਾਸ਼ਾ ਬਿਲਕੁਲ ਵਿਆਕਰਣ ਦੇ ਨਿਯਮਾਂ ਦੇ ਨਾਲ ਬਿਲਕੁਲ ਹੀ ਜਿਹੜੀ ਹੈ ਸਹਿਤ ਹੁੰਦੀ ਹੈ। ਠੀਕ ਹੈ, ਭਾਸ਼ਾ ਜਿਹੜੀ ਹੈਗੀ ਹੈ ਵਿਆਕਰਣ ਦੇ ਨਾਲ ਬਿਲਕੁਲ ਲੈਸ ਹੁੰਦੀ ਹੈਗੀ ਹੈ। ਲੇਕਿਨ ਅਗਰ ਅਸੀਂ ਗੱਲ ਕਰੀਏ ਉਪਭਾਸ਼ਾ ਦੀ, ਤਾਂ ਇਹ ਇਲਾਕਾਈ ਭੂਗੋਲਿਕ ਇਕਾਈ ਦੇ ਅਕੋਰਡਿੰਗ ਵਰਤੀ ਜਾਂਦੀ ਹੈ, ਇਲਾਕਾਈ ਬੋਲੀ ਚੱਲਦੀ ਭਾਸ਼ਾ ਹੁੰਦੀ ਹੈ, ਅਤੇ ਇਹ ਜਿਹੜੀ ਹੈ ਵਿਆਕਰਣ ਦੇ ਨਿਯਮਾਂ ਨੂੰ ਜਿਹੜਾ ਹੈ ਜ਼ਿਆਦਾ ਮਹੱਤਵ ਨਹੀਂ ਦਿੰਦੀ ਹੈਗੀ, ਅਤੇ ਇਸ ਤੋਂ ਰਹਿਤ ਹੁੰਦੀ ਹੈ। ਜਿਹੜੀ ਭਾਸ਼ਾ ਹੈ ਉਹ ਵਿਗਿਆਨਕ ਵਿਆਕਰਣ ਜਿਹੜੇ ਉਹ ਹੁੰਦੇ ਨੇ ਨਿਯਮ, ਉਹਨਾਂ ਦੇ ਬਿਲਕੁਲ ਨਾਲ ਚੱਲਦੀ ਹੈ। ਠੀਕ ਹੈ, ਹੁਣ ਦੇਖੋ ਤੁਸੀਂ ਆਪਣੇ ਸਾਹਮਣੇ ਜਿਹੜੀ ਹੈਗਾ ਇਹ ਵਿਆਕਰਣ ਦੇ ਨਾਲ ਜਿਹੜੀ ਹੈ ਬਿਲਕੁਲ ਲੈਸ ਭਾਸ਼ਾ ਵਰਤ ਰਹੇ ਹਾਂ, ਤਾਂ ਇਹ ਕਿਹੜੀ ਹੈਗੀ? ਟਕਸਾਲੀ ਭਾਸ਼ਾ, ਯਾਨੀ ਕਿ ਆਪਣੀ ਭਾਸ਼ਾ। ਜੇ ਆਪਾਂ ਗੱਲ ਕਰੀਏ, ਹੁਣ ਜਿਵੇਂ ਮੈਂ ਬੋਲ ਰਹੀ ਹਾਂ, ਇਹ ਕਿਹੜੀ ਭਾਸ਼ਾ ਹੈਗੀ ਆ? ਉਪਭਾਸ਼ਾ। ਠੀਕ ਹੈ, ਮੈਂ ਪਟਿਆਲੇ ਦੀ ਉਪਭਾਸ਼ਾ ਜਿਹੜੀ ਹੈਗੀ ਆ ਉਹ ਬੋਲ ਰਹੀ ਹਾਂ। ਪੰਜਾਬੀ ਬੋਲੀ ਦੀਆਂ ਉਪ ਬੋਲੀਆਂ ਜਾਂ ਉਪਭਾਸ਼ਾਵਾਂ ਕਿਹੜੀਆਂ ਨੇ? ਮਾਝੀ, ਮਲਵਈ, ਦੁਆਬੀ, ਪੁਆਧੀ, ਪੋਠੋਹਾਰੀ, ਲਹਿੰਦੀ। ਠੀਕ ਹੈ, ਸੋ ਭਾਰਤੀ ਪੰਜਾਬ ਜਾਂ ਫਿਰ ਪੂਰਬੀ ਪੰਜਾਬ ਦੀਆਂ ਉਪਭਾਸ਼ਾਵਾਂ ਕਿਹੜੀਆਂ ਨੇ? ਸੋ ਪੂਰਬੀ ਪੰਜਾਬ ਦੀਆਂ ਜਾਂ ਫਿਰ ਭਾਰਤੀ ਪੰਜਾਬ ਦੀਆਂ ਜਿਹੜੀਆਂ ਹੈਗੀਆਂ ਉਪਭਾਸ਼ਾਵਾਂ ਮਾਝੀ, ਮਲਵਈ, ਦੁਆਬੀ ਅਤੇ ਪੁਆਧੀ। ਸੋ ਮੈਨੂੰ ਜ਼ਰੂਰ ਦੱਸਿਓ ਕਿ ਤੁਸੀਂ ਮਾਝੇ ਦੇ ਹੋ, ਮਾਲਵੇ ਦੇ ਹੋ, ਦੁਆਬੇ ਦੇ ਹੋ ਜਾਂ ਪੁਆਧੇ ਦੇ ਹੋ। ਮੈਂ ਤਾਂ ਮਾਲਵੇ ਦੀ ਹਾਂ। ਠੀਕ ਹੈ, ਮੈਂ ਤਾਂ ਪਟਿਆਲੇ ਦੀ ਹਾਂ। ਪਾਕਿਸਤਾਨੀ ਪੰਜਾਬ ਦੇ ਵਿੱਚ ਕਿਹੜੀਆਂ ਜਿਹੜੀਆਂ ਨੇ ਉਪਬੋਲੀਆਂ ਬੋਲੀ ਜਾਂਦੀਆਂ? ਉੱਥੇ ਲਹਿੰਦੀ ਬੋਲੀ ਜਾਂਦੀ ਹੈ, ਕਿਉਂਕਿ ਆਪਾਂ ਲਹਿੰਦਾ ਵੀ ਉਹਨੂੰ ਪਾਠ ਕਹਿੰਦੇ। ਠੀਕ ਹੈ, ਲਹਿੰਦਾ ਪੰਜਾਬ, ਤਾਂ ਉਹ ਲਹਿੰਦੀ ਭਾਸ਼ਾ ਬੋਲੀ ਜਾਂਦੀ ਹੈ। ਪੋਠੋਹਾਰੀ ਬੋਲੀ ਜਾਂਦੀ ਹੈ। ਹਿੰਦਕੋ ਜਿਹੜੀ ਹੈ ਬੋਲੀ ਜਾਂਦੀ ਹੈ। ਝਾਂਗੀ ਬੋਲੀ ਵੀ ਬੋਲੀ ਜਾਂਦੀ ਹੈ। ਪਹਾੜੀ ਪੰਜਾਬੀ ਦੀਆਂ ਬੋਲੀਆਂ ਕਿਹੜੀਆਂ ਨੇ? ਪੁਣਛੀ, ਕਾਂਗੜੀ, ਡੋਗਰੀ। ਤਾਂ ਇਹ ਜਿਹੜੀਆਂ ਨੇ ਪਹਾੜੀ ਨੇ। ਉਸ ਤੋਂ ਬਾਅਦ 'ਚ ਜਿਹੜੀਆਂ ਹੈਗੀਆਂ ਨੇ ਲਹਿੰਦੀ, ਜਿਹੜੀ ਆਪਾਂ ਕੀਤੀ ਹੈ ਕਿ ਲਹਿੰਦੇ ਪੰਜਾਬ 'ਚ ਬੋਲੀ ਜਾਂਦੀ ਹੈ, ਤਾਂ ਲਹਿੰਦੀ ਹੋ ਗਈ, ਪੋਠੋਹਾਰੀ ਹੋ ਗਈ, ਇਹ ਜਿਹੜੀਆਂ ਆਪਣੇ ਲਹਿੰਦੇ ਪੰਜਾਬ ਪਾਕਿਸਤਾਨ 'ਚ ਬੋਲੀਆਂ ਜਾਂਦੀਆਂ। ਆਪਣੇ ਵਾਲੇ ਪੰਜਾਬ 'ਚ ਮਾਝੀ, ਮਲਵਈ, ਦੁਆਬੀ, ਪੁਆਧੀ ਹੀ ਚਾਰੋਂ ਬੋਲੀਆਂ ਜਾਂਦੀਆਂ ਨੇ।
ਮਾਝੀ ਭਾਸ਼ਾ ਦੀ ਸੁਰ ਦੇ ਬਾਰੇ ਦੱਸੋ। ਤਾਂ ਮਾਝੀ ਭਾਸ਼ਾ ਦੀ ਸੁਰ ਜਿਹੜਾ ਹੈ ਬਹੁਤ ਮੁੱਖ ਵਿਸ਼ੇਸ਼ਤਾ ਹੈਗੀ ਹੈ ਮਾਝੀ ਦੀ ਭਾਸ਼ਾ ਦੀ, ਕਿਉਂਕਿ ਆਪਣੀ ਟਕਸਾਲੀ ਬੋਲੀ ਵੀ ਹੈ। ਇਸ ਦੇ ਵਿੱਚ 3 ਸੁਰ ਉੱਚੇ, ਨੀਵੇਂ ਤੇ ਮੰਝਲੇ ਬੜੀ ਵਿਆਪਕਤਾ ਦੇ ਨਾਲ ਵਰਤੇ ਜਾਂਦੇ ਨੇ। ਹੁਣੇ ਆਪਾਂ ਗੱਲ ਕੀਤੀ ਸੀ ਪਿੱਛੇ ਕਿ ਜਿਹੜੀ ਮਾਝੀ ਭਾਸ਼ਾ ਦੇ ਵਿੱਚ ਜਿਹੜਾ ਫਸਟ ਵਾਲਾ ਹਾਹਾ, ਹਾਹੇ ਦੀ ਗੱਲ ਕਰੀਏ ਤਾਂ ਹਾਹਾ ਜਿਹੜਾ ਹੈ ਪਹਿਲਾ ਅੱਖਰ ਤੇ ਆਏਗਾ ਤਾਂ ਉਹ ਜਿਹੜਾ ਹੈ ਨੀਵਾਂ ਹੋਏਗਾ, ਜੇ ਪਿੱਛੇ ਤੇ ਵਿਚਕਾਰ ਆਏਗਾ ਤਾਂ ਉਹ ਉੱਚੇ ਸੁਰਾਂ ਦਾ ਯੂਜ਼ ਕੀਤਾ ਜਾਂਦਾ ਹੈ। ਤਾਂ ਮਾਝੀ ਭਾਸ਼ਾ ਕਿੱਥੇ ਬੋਲੀ ਜਾਂਦੀ ਹੈ? ਮਾਝੀ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਅਤੇ ਥੋੜ੍ਹੇ ਜਿਹੇ ਏਰੀਆ ਯਾਨੀ ਕਿ ਲਾਹੌਰ ਸਾਈਡ ਪਾਕਿਸਤਾਨ ਦੇ ਵਿੱਚ ਹੈ ਜੋ, ਅਤੇ ਸਿਆਲਕੋਟ ਦੇ ਵਿੱਚ ਬੋਲੀ ਜਾਂਦੀ ਹੈ। ਮਾਝੇ ਦੇ ਤਰਨਤਾਰਨ, ਗੁਰਦਾਸਪੁਰ ਜ਼ਿਲ੍ਹਿਆਂ ਅਤੇ ਲਾਹੌਰ, ਸਿਆਲਕੋਟ ਖੇਤਰ 'ਚ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ? ਮਤਲਬ ਮਾਝੇ ਇਲਾਕਿਆਂ ਦੇ ਵਿੱਚ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ? ਤਾਂ ਮਾਝੀ ਹੀ ਤਕਰੀਬਨ ਬੋਲੀ ਜਾਂਦੀ ਹੈ। ਮਲਵਈ ਭਾਸ਼ਾ ਦਾ ਇਲਾਕਾ ਕਿਹੜਾ ਹੈ? ਤਾਂ ਮਲਵਈ ਜਿਹੜੀ ਹੈ ਮਾਲਵੇ ਦੇ ਇਲਾਕੇ 'ਚ ਬੋਲੀ ਜਾਂਦੀ ਹੈ। ਫਿਰੋਜ਼ਪੁਰ, ਫਰੀਦਕੋਟ, ਬਠਿੰਡਾ, ਲੁਧਿਆਣਾ, ਸੰਗਰੂਰ, ਸ਼੍ਰੀ ਮੁਕਤਸਰ ਸਾਹਿਬ, ਫਤਿਹਗੜ੍ਹ ਸਾਹਿਬ, ਮੋਗਾ, ਮਾਨਸਾ ਅਤੇ ਪਟਿਆਲਾ ਦੇ ਏਰੀਆਜ਼ ਦੇ ਵਿੱਚ ਬੋਲੀ ਜਾਂਦੀ ਹੈ। ਤਾਂ ਆਪਾਂ ਜਿਹੜੇ ਪਟਿਆਲੇ ਦੇ ਲੋਕ ਆ ਉਹ ਮਲਵਈ ਆ। ਮਲਵਈ ਭਾਸ਼ਾ ਦੇ ਉਚਾਰਨ ਦੀਆਂ ਵਿਸ਼ੇਸ਼ਤਾਵਾਂ, ਇਹ ਮਾਝੇ ਵਰਗੀ ਹੀ ਹੁੰਦੀ ਹੈ ਕਿਉਂਕਿ ਨੀਵੇਂ ਸੁਰ ਦੀ ਵਰਤੋਂ ਇਹਦੇ ਵਿੱਚ ਕੀਤੀ ਜਾਂਦੀ ਹੈ, ਪਰ ਉੱਚਾ ਸੁਰ ਦਾ ਉਚਾਰਨ ਨਹੀਂ ਹੁੰਦਾ। ਇਹ ਜਿਹੜੀ ਹੈ ਮਲਵਈ ਦੇ ਵਿੱਚ ਇਹ ਸੁਰ ਉੱਚੀ ਉੱਠਦੀ ਹੈ। ਠੀਕ ਹੈ, ਮਾਝੀ ਦੇ ਵਿੱਚ ਨਹੀਂ ਉੱਠਦੀ ਪਰ ਮਾਲਵੇ ਦੇ ਵਿੱਚ ਉੱਠਦੀ ਹੈ। 2 ਧੁਨੀਆਂ ਵਿਚਕਾਰ ਆਉਣ ਵਾਲਾ ਹਾਹਾ ਜਿਹੜਾ ਹੈ ਮਲਵਈ 'ਚ ਪੂਰਾ ਉਚਾਰਿਆ ਜਾਂਦਾ ਹੈ। ਕਈ ਸ਼ਬਦਾਂ ਦਾ ਆਰੰਭਕ ਵਾਵਾ ਦੁਆਬੀ ਵਰਗਾ ਬੱਬਾ ਹੋ ਜਾਂਦਾ ਹੈ। ਮਲਵਈ ਜਿਹੜੀ ਹੈ ਮਾਝੀ ਤੋਂ ਵਧੇਰੇ ਵਿਯੋਗਾਤਮਕ ਜਿਹੜੀ ਹੈ ਇਹ ਹੁੰਦੀ ਹੈ ਅਤੇ ਅਨੁਨਾਸਕਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ, ਜਿਵੇਂ ਚਾਹੀਦਾ, ਠੀਕ ਹੈ, ਪੁੰਛ। ਤਾਂ ਇਸ ਤਰ੍ਹਾਂ ਵਰਡ ਜਿਹੜੇ ਨੇ ਯੂਜ਼ ਕੀਤੇ ਜਾਂਦੇ ਨੇ। ਤਾਂ ਮਾਲਵੇ ਵਾਲੇ ਇਲਾਕੇ ਆਪਾਂ ਨੂੰ ਪਤਾ ਲੱਗੇ, ਫਿਰੋਜ਼ਪੁਰ, ਬਠਿੰਡਾ, ਲੁਧਿਆਣਾ, ਸੰਗਰੂਰ, ਪਟਿਆਲਾ, ਮੁਕਤਸਰ, ਫਤਿਹਗੜ੍ਹ ਸਾਹਿਬ, ਮੋਗਾ, ਮਾਨਸਾ, ਇਹਦੇ ਵਿੱਚ ਮਲਵਈ ਭਾਸ਼ਾ ਬੋਲੀ ਜਾਂਦੀ ਹੈ। ਦੁਆਬੀ ਭਾਸ਼ਾ ਕਿੱਥੇ ਬੋਲੀ ਜਾਂਦੀ ਹੈ? ਦੁਆਬ ਦੇ ਏਰੀਏ ਸਾਈਡ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਭਗਤ ਸਿੰਘ ਨਗਰ, ਠੀਕ ਹੈ, ਹੁਸ਼ਿਆਰਪੁਰ ਦੇ ਵਿੱਚ। ਉਸ ਤੋਂ ਬਾਅਦ 'ਚ ਪੁਆਧੀ ਜਿਹੜੀ ਹੈ ਕਿੱਥੇ ਕਿੱਥੇ ਬੋਲੀ ਜਾਂਦੀ ਹੈ? ਪੁਆਧੀ ਪੁਆਧ ਦੀ ਉਪਭਾਸ਼ਾ ਹੈਗੀ ਹੈ ਅਤੇ ਰੋਪੜ, ਮੋਹਾਲੀ ਦੇ ਜ਼ਿਲ੍ਹਿਆਂ ਦੇ ਵਿੱਚ ਥੋੜ੍ਹੀ ਕਿਤੇ ਕਿਤੇ, ਪਟਿਆਲੇ ਦੇ ਵਿੱਚ ਵੀ ਪੁਆਧੀ ਬੋਲੀ ਜਾਂਦੀ ਹੈ। ਰਾਜਪੁਰੇ ਸਾਈਡ ਵੀ ਜਿਹੜੀ ਹੈ ਬੋਲੀ ਜਾਂਦੀ ਹੈ। ਨਾਰਾਇਣਗੜ੍ਹ ਤੇ ਜੀਂਦ ਦੇ ਕੁਝ ਪਿੰਡਾਂ 'ਚ ਵੀ ਬੋਲੀ ਜਾਂਦੀ ਹੈ। ਤਾਂ ਪੁਆਧੀ ਉਪਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਬਿਲਕੁਲ ਮਾਲਵੇ ਦੇ ਵਰਗੀ ਹੈ, ਪਰ ਮਲਵਈ ਜਿਹੜੀ ਹੈਗੀ ਹੈ ਇਸ ਦੇ ਵਿੱਚ ਮਲਵਈ ਵਾਂਗ ਮਾਝੀ ਨਾਲੋਂ ਉੱਚੇ ਸੁਰ ਦੀ ਵਰਤੋਂ ਘੱਟ ਹੁੰਦੀ ਹੈ ਅਤੇ ਉਲਟ ਜਿਬੀ ਲੱਲੇ ਦੀ ਵਰਤੋਂ ਜਿਹੜੀ ਹੈ ਥੋੜ੍ਹੀ ਜਿਹੀ ਜ਼ਿਆਦਾ ਹੁੰਦੀ ਹੈ। ਹਮੇ ਤੁਮ ਜਿਹੜਾ ਹੈ ਇਹ ਯੂਜ਼ ਕਰਦੇ ਨੇ ਵਰਡਸ ਪੁਆਧੀ ਭਾਸ਼ਾ ਵਿੱਚ, ਹਮੇ ਤੁਮ, ਖਾਊਂਗਾ, ਜਾਊਂਗਾ, ਜਹਾਂ, ਠੀਕ ਹੈ ਜੀ। ਉਸ ਤੋਂ ਬਾਅਦ 'ਚ ਹੈ ਮੁਲਤਾਨੀ ਯਾਨੀ ਕਿ ਲਹਿੰਦੀ। ਤਾਂ ਲਹਿੰਦੇ ਪੰਜਾਬ 'ਚ ਬੋਲੀ ਜਾਂਦੀ ਹੈ ਪਾਕਿਸਤਾਨ ਸਾਈਡ, ਮੁਲਤਾਨ, ਮੁਜ਼ੱਫਰਗੜ੍ਹ, ਡੇਰਾ ਗਾਜੀ ਖਾਂ, ਝੰਗ, ਬਹਾਵਲਪੁਰ, ਸ਼ਾਹਪੁਰ ਵਿੱਚ ਬੋਲੀ ਜਾਂਦੀ ਹੈ। ਤਾਂ ਇਸ ਦੀਆਂ ਵਿਸ਼ੇਸ਼ਤਾਵਾਂ ਕੀ ਨੇ ਕਿ ਇਸ ਦੀ ਜਿਹੜੀ ਨੀਵੀਂ ਸੁਰ ਦਾ ਉਚਾਰਨ ਬਿਲਕੁਲ ਨਹੀਂ ਅਤੇ ਉੱਚੀ ਸੁਰ ਦੀ ਵਿਆਪਕਤਾ ਮਾਝੀ ਦੇ ਹੋਰਨਾਂ ਪੂਰਬੀ ਉਪਭਾਸ਼ਾਵਾਂ ਦੇ ਮੁਕਾਬਲੇ ਘੱਟ ਹੈ। ਮੁਲਤਾਨੀ ਵਿੱਚ ਨਾਦੀ ਮਹਾਪ੍ਰਾਣ ਜਿਹੜੇ ਧੁਨੀਆਂ ਨੇ, ਘੱਗਾ ਹੋ ਗਿਆ, ਝੱਜਾ ਹੋ ਗਿਆ, ਢੱਡਾ ਹੋ ਗਿਆ, ਧੱਦਾ ਹੋ ਗਿਆ, ਭੱਬਾ, ਇਹ ਠੀਕ ਠਾਕ ਜਿਹੜੀਆਂ ਹੈ ਉਚਾਰੀਆਂ ਜਾਂਦੀਆਂ ਨੇ। ਲੱਲਾ ਜਿਹੜਾ ਹੈ ਉਲਟ ਜੀਬੀ ਦੇ ਨਾਲ ਨਹੀਂ ਉਚਾਰਿਆ ਜਾਂਦਾ। ਲਗਭਗ ਸੁਰਾਂ ਦੀ ਜਿਹੜੀ ਹੈਗੀ ਆ ਠੀਕ ਹੈ, ਜਿਹੜੇ ਸੁਰ ਹੈ ਉਹਨਾਂ ਦੀ ਅਣਹੋਂਦੀ ਇਹਦੇ ਵਿੱਚ ਹੁੰਦੀ ਹੈਗੀ ਹੈ। ਜਿਵੇਂ ਦਾਦਾ ਨੂੰ ਇਹ ਡਾਡਾ ਕਹਿੰਦੇ ਨੇ ਅਤੇ ਦੁੱਖ ਨੂੰ ਇਹ ਡੁੱਖ ਕਹਿੰਦੇ ਨੇ, ਠੀਕ ਹੈ, ਦੱਦੇ ਦੀ ਜਗ੍ਹਾ 'ਤੇ ਡੱਡਾ ਯੂਜ਼ ਜਿਹੜਾ ਹੈ ਵਰਡ ਕਰਦੇ ਨੇ। ਮੈਂ ਆਸਾਂ, ਮੈਂ ਆਵਸਾਂ, ਆਸੂ, ਅੱਸਾਂ, ਤਾਂ ਇਹ ਵਰਡ ਜਿਹੜੇ ਨੇ ਯੂਜ਼ ਕੀਤੇ ਨੇ। ਮੈਂ ਆਉਂਦਾ ਤਾਂ ਉਹਦੀ ਜਾਂ 'ਤੇ ਆਸਾਂ, ਠੀਕ ਹੈ। ਸੋ ਮੈਂ ਆਖਾਂ ਤਾਂ ਐਵੇਂ ਦੇ ਵਰਡ ਜਿਹੜੇ ਨੇ ਯੂਜ਼ ਕੀਤੇ ਜਾਂਦੇ ਨੇ। ਪੋਠੋਹਾਰੀ ਪੋਠੋਹਾਰ ਦੇ ਇਲਾਕੇ 'ਚ ਬੋਲੀ ਜਾਂਦੀ ਹੈ। ਜ਼ਿਲ੍ਹਾ ਜਿਹੜਾ ਹੈ ਜੇਹਲਮ ਅਤੇ ਰਾਵਲਪਿੰਡੀ ਹੈ। ਤਾਂ ਇਹ ਕੀ ਕਹਿੰਦੇ ਨੇ, ਇਹਨਾਂ ਦੀ ਬਿਲਕੁਲ ਡਿਫਰੈਂਟ ਹੈ। ਪੋਠੋਹਾਰੀ ਆਪਾਂ ਨੂੰ ਸਮਝ ਵੀ ਨਹੀਂ ਆਉਂਦੀ। ਤਾਂ ਮੈਨੂੰ ਨੂੰ ਉਹ ਮਿੱਗੀ ਕਹਿੰਦੇ ਨੇ, ਤੈਨੂੰ ਉਹ ਤੁੱਗੀ ਕਹਿੰਦੇ ਨੇ, ਮੇਰਾ ਮਾਰਾ ਕਹਿੰਦੇ ਨੇ, ਸਾਡੇ ਨੂੰ ਸਾੜਾ ਕਹਿੰਦੇ ਨੇ। ਤਾਂ ਇਹਨਾਂ ਦੇ ਵਰਡਸ ਜਿਹੜੇ ਨੇ ਬਿਲਕੁਲ ਹੀ ਡਿਫਰੈਂਟ ਹੈ। ਸੋ ਸਰਕਾਰੀ ਭਾਸ਼ਾ ਕਿਹੜੀ ਹੈਗੀ ਹੈ ਪੰਜਾਬ ਦੀ? ਪੰਜਾਬੀ ਭਾਸ਼ਾ ਸਰਕਾਰੀ ਹੈ। ਮਾਝੀ ਜਿਹੜੀ ਹੈ ਆਪਣੀ ਟਕਸਾਲੀ ਬੋਲੀ ਹੈਗੀ ਹੈ ਅਤੇ ਮਾਝੀ ਨੂੰ ਹੀ ਟਕਸਾਲੀ ਰੂਪ ਮੰਨਿਆ ਗਿਆ ਜੋ ਕਿ ਲਾਹੌਰ, ਅੰਮ੍ਰਿਤਸਰ ਦੇ ਇਲਾਕਿਆਂ 'ਚ ਬੋਲੀ ਜਾਂਦੀ ਹੈ। ਸੋ ਮਾਝੀ ਜਿਹੜੀ ਹੈ ਸਾਹਿਤ ਦੇ ਵਿੱਚ, ਪ੍ਰੈਸ ਦੇ ਵਿੱਚ, ਅਖਬਾਰਾਂ, ਮਤਲਬ ਸਾਰੇ ਕਿਤੇ ਇਹੀ ਆਪਾਂ ਯੂਜ਼ ਕਰਦੇ ਹਾਂ। ਸੋ ਉਸ ਤੋਂ ਬਾਅਦ 'ਚ ਹੈ ਗੁਰਮੁਖੀ ਲਿਪੀ ਕਿਸ ਨੂੰ ਕਹਿੰਦੇ ਆ? ਤਾਂ ਲੌਂਗ ਕੁਐਸਚਨ ਮੈਂ ਕਰਵਾਇਆ ਹੋਇਆ। ਗੁਰਮੁਖੀ ਲਿਪੀ, ਹੁਣ ਸਭ ਤੋਂ ਪਹਿਲਾਂ ਤਾਂ ਲਿਪੀ ਦੇ ਬਾਰੇ ਲਿਖਣਾ। ਲਿਪੀ ਕੀ ਹੈ? ਲਿਪੀ ਬੋਲੀ ਦੀਆਂ ਲਕੀਰਾਂ ਨੂੰ ਚਿਤਰਿਤ ਕਰਨ ਦੀ ਇੱਕ ਕਲਾ ਹੈ, ਠੀਕ ਹੈ। ਬੋਲੀ ਹੈ ਤਾਂ ਉਸਨੂੰ ਚਿਤਰਿਤ ਕਰਨਾ, ਪਿਕਚਰ ਉਸਦੀ ਬਣਾਉਣੀ, ਠੀਕ ਹੈ।
ਮਨੁੱਖੀ ਮੂੰਹ ਦੇ ਵਿੱਚੋਂ ਨਿਕਲੇ ਬੋਲਾਂ ਨੂੰ, ਚਿੱਤਰਾਂ ਨੂੰ, ਲਕੀਰਾਂ ਨੂੰ, ਸੰਕੇਤਾਂ ਨੂੰ ਜਾਂ ਚਿੰਨ੍ਹਾਂ ਨੂੰ ਉਲੀਕਣ ਦੀ ਇੱਕ ਵਿਧੀ ਹੈਗੀ ਹੈ, ਜਿਸ ਰਾਹੀਂ ਸੁਣਨਯੋਗ ਬੋਲੀ ਜਿਹੜੀ ਹੈ ਵੇਖਣਯੋਗ ਅਤੇ ਪੜ੍ਹਨਯੋਗ ਜਿਹੜੀ ਹੈ ਬਣ ਜਾਂਦੀ ਹੈ। ਇਹ ਇੱਕ ਤਰ੍ਹਾਂ ਬੋਲੀ ਨੂੰ ਕੱਪੜੇ ਪਹਿਨਾਉਣਾ ਹੈ, ਪੋਸ਼ਾਕ ਪਹਿਨਾਉਣਾ। ਤਾਂ ਲਿਪੀ ਮਤਲਬ ਪੋਸ਼ਾਕ ਪਹਿਨਾਉਣਾ, ਤਾਂ ਉਸਨੂੰ ਅਸੀਂ ਕਹਿੰਦੇ ਹਾਂ ਲਿਪੀ। ਤਾਂ ਪੰਜਾਬੀ ਦੇ ਵਿੱਚ ਜਿਹੜੀ ਲਿਪੀ ਹੈ ਉਹ ਗੁਰਮੁਖੀ ਹੈ, ਠੀਕ ਹੈ। ਪਹਿਲਾਂ 35 ਅੱਖਰ ਸੀ, ਹੁਣ 41 ਅੱਖਰ ਇਹਦੇ ਹੈਗੇ ਨੇ। ਸ਼ਬਦ ਜੋੜ ਕਿਹਨੂੰ ਕਹਿੰਦੇ ਨੇ? ਪੰਜਾਬੀ ਵਿੱਚ ਸ਼ਬਦ ਜੋੜਾਂ ਦੀ ਸਮੱਸਿਆ ਬੜੀ ਗੁੰਝਲਦਾਰ ਹੈ। ਪੰਜਾਬੀ ਸ਼ਬਦ ਜੋੜਾਂ ਦੇ ਮਿਆਰੀ ਕਰਨ ਦਾ ਯਤਨ ਬਹੁਤ ਚੱਲ ਰਿਹਾ ਹੈ, ਪਰ ਹਜੇ ਵੀ ਬਹੁਤ ਕੁਝ ਕਰਨਾ ਜਿਹੜਾ ਹੈ ਬਾਕੀ ਹੈ। ਉਸ ਤੋਂ ਬਾਅਦ 'ਚ ਹੈ ਕਿ ਲਿਪੀ ਕਿਸ ਨੂੰ ਕਹਿੰਦੇ ਨੇ? ਪੰਜਾਬੀ ਬੋਲੀ ਦੇ ਵਿੱਚ ਲਿਖਤੀ ਰੂਪ ਦੇਣ ਲਈ ਜਿਹੜੇ ਅੱਖਰ ਪ੍ਰਚਲਿਤ ਕੀਤੇ ਗਏ ਨੇ ਉਸ ਨੂੰ ਜਿਹੜਾ ਗੁਰਮੁਖੀ ਲਿਪੀ ਕਹਿੰਦੇ ਆ। ਬ੍ਰਹਮੀ ਲਿਪੀ ਦੇ ਵਿੱਚੋਂ ਇਸ ਦਾ ਵਿਕਾਸ ਹੋਇਆ ਗੁਰਮੁਖੀ ਲਿਪੀ ਦਾ। ਗੁਰਮੁਖੀ ਦਾ ਵਿਕਾਸ ਕਿਹਨਾਂ ਸਥਾਨਕ ਲਿਪੀਆਂ ਦੇ ਵਿੱਚੋਂ ਹੈ? ਸ਼ਾਰਦਾ ਅਤੇ ਟਾਕਰੀ ਲਿਪੀ ਦੇ ਵਿੱਚੋਂ ਗੁਰਮੁਖੀ ਲਿਪੀ ਦਾ ਵਿਕਾਸ ਹੋਇਆ। ਗੁਰਮੁਖੀ ਦੇ 15 ਅੱਖਰ ਕਿਸ ਲਿਪੀ ਨਾਲ ਮਿਲਦੇ ਨੇ? 15 ਅੱਖਰ ਟਾਕਰੀ ਦੇ ਨਾਲ ਮਿਲਦੇ ਨੇ, ਇੰਪੋਰਟੈਂਟ ਕੁਐਸਚਨ ਹੈ। 7 ਅੱਖਰ ਸ਼ਾਰਦਾ ਲਿਪੀ ਦੇ ਨਾਲ ਮਿਲਦੇ ਨੇ। ਗੁਰਮੁਖੀ ਲਿਪੀ ਕਿੰਨੀ ਪੁਰਾਣੀ ਹੈ? ਇਹ ਬਹੁਤ ਪੁਰਾਣੀ ਹੈਗੀ ਹੈ। ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਵੀ ਮੌਜੂਦ ਸੀ ਗੁਰਮੁਖੀ ਲਿਪੀ, ਬਟ ਜਿਹੜਾ ਹੈ ਉਸ ਟਾਈਮ ਗੁਰਮੁਖੀ ਲਿਪੀ ਦੇ ਵਿੱਚ ਇੱਕ ਅੱਖਰ ਦੀਆਂ ਬਹੁਤ ਸਾਰੀਆਂ ਧੁਨੀਆਂ ਨਿਕਲਦੀਆਂ ਸੀ, ਸੋ ਆਮ ਲੋਕਾਂ ਨੂੰ ਸਮਝਣ ਦੇ ਵਿੱਚ ਬਹੁਤ ਦਿੱਕਤ ਆ ਰਹੀ ਸੀ। ਤਾਂ ਉਸ ਤੋਂ ਬਾਅਦ 'ਚ ਗੁਰੂ ਅੰਗਦ ਦੇਵ ਜੀ ਨੇ ਜਿਹੜਾ ਹੈਗਾ ਗੁਰਮੁਖੀ ਲਿਪੀ ਯਾਨੀ ਕਿ 35 ਅੱਖਰੀ ਦੀ ਜਿਹੜੀ ਸੀਗੀ ਸਥਾਪਨਾ ਕੀਤੀ, ਠੀਕ ਹੈ। ਸੋ ਇਹ ਕੁਐਸਚਨ 'ਚ ਬੱਚੇ ਬਹੁਤ ਇੰਪੋਰਟੈਂਟ ਹੈ। ਗੁਰਮੁਖੀ ਲਿਪੀ ਪਹਿਲਾਂ ਤੋਂ ਹੀ ਸੀ, ਠੀਕ ਹੈ। ਗੁਰਮੁਖੀ ਲਿਪੀ ਪਹਿਲਾਂ ਤੋਂ ਸੀ, ਲੇਕਿਨ ਇਹਦੇ ਵਿੱਚ ਬਹੁਤ ਸਾਰੇ ਵਰਡ ਸੀ, ਅਣਗਿਣਤ ਸੀਗੇ, ਅਤੇ ਕਾਫੀ ਸਾਰੇ ਅੱਖਰਾਂ ਦੀਆਂ ਅਲੱਗ-ਅਲੱਗ ਜਿਹੜੀਆਂ ਸੀਗੀਆਂ ਆਵਾਜ਼ਾਂ ਨਿਕਲਦੀਆਂ ਸੀਗੀਆਂ, ਠੀਕ ਹੈ। ਇੱਕ ਤੋਂ ਬਹੁਤ ਸਾਰੇ ਅੱਖਰ ਨਿਕਲਦੇ ਸੀ, ਇਸ ਕਰਕੇ ਇਸ ਨੂੰ ਵਿਕਸਿਤ ਕਰਨ ਦੀ ਲੋੜ ਪਈ, ਕਿਉਂਕਿ ਜਿਹੜਾ ਸੀ ਸਭ ਤੋਂ ਪਹਿਲਾਂ ਗੁਰੂ ਅੰਗਦ ਦੇਵ ਜੀ ਨੇ ਇਹ ਕੰਮ ਕੀਤਾ। ਗੁਰਮੁਖੀ ਦੇ ਕਿੰਨੇ ਅੱਖਰ ਨੇ? ਗੁਰਮੁਖੀ ਦੇ ਜਿਹੜੇ 35 ਅੱਖਰ ਨੇ, ਠੀਕ ਹੈ। ਸੋ ਇਹ ਸਾਰੇ ਨੇ। ਗੁਰਮੁਖੀ ਨੂੰ ਗੁਰੂ ਨਾਨਕ ਦੇਵ ਜੀ ਨੇ ਬਣਾਇਆ ਹੈ ਜਾਂ ਗੁਰੂ ਅੰਗਦ ਦੇਵ ਜੀ ਨੇ? ਸੋ ਗੁਰੂ ਨਾਨਕ ਦੇਵ ਜੀ ਨੇ ਗੁਰਮੁਖੀ ਨੂੰ ਨਾ ਤਾਂ ਗੁਰੂ ਨਾਨਕ ਦੇਵ ਜੀ ਨੇ ਬਣਾਇਆ ਹੈ, ਨਾ ਹੀ ਗੁਰੂ ਅੰਗਦ ਦੇਵ ਜੀ ਨੇ, ਸਗੋਂ ਭਾਰਤ ਦੀ ਬ੍ਰਹਮੀ ਲਿਪੀ 'ਚੋਂ ਇਹ ਵਿਕਸਿਤ ਹੋਈ ਹੈ। ਲੇਕਿਨ ਅਗਰ ਆਪਾਂ ਕਹੀਏ ਤਾਂ ਇਹਦਾ ਗੁਰਮੁਖੀ ਲਿਪੀ ਦੀ ਜਿਹੜੀ ਪੂਰੀ ਸਥਾਪਨਾ ਜਿਹੜੀ ਹੈ ਗੁਰੂ ਅੰਗਦ ਦੇਵ ਜੀ ਨੇ ਕੀਤੀ ਹੈ, ਬਿਕੋਜ਼ ਇਹਨਾਂ ਨੇ ਸਾਊਂਡਿੰਗ ਦਾ ਧਿਆਨ ਰੱਖ ਕੇ ਅੱਖਰ ਜਿਹੜੇ ਨੇ ਆਪਾਂ ਨੂੰ ਲਿਪੀ ਦਿੱਤੀ ਹੈ, ਜਿਹੜੀ ਕਿ ਪਹਿਲਾਂ ਨਹੀਂ ਸੀਗੀ ਕਦੇ ਵੀ, ਹੈ ਨਾ, ਗੁਰੂ ਨਾਨਕ ਦੇਵ ਜੀ ਦੇ ਟਾਈਮ ਵੀ। ਬੋਲੀ ਅਤੇ ਲਿਪੀ 'ਚ ਕੀ ਅੰਤਰ ਹੈ? ਬੋਲੀ ਜਿਹੜੀ ਹੈ ਲਿਪੀ ਜਿਹੜੀ ਹੈ ਬੋਲੀ ਨੂੰ ਲਿਖਤੀ ਰੂਪ ਪੇਸ਼ ਕਰਦੀ ਹੈ। ਹੁਣ ਬੋਲੀ ਹੈ, ਆਪਾਂ ਬੋਲ ਰਹੇ ਹਾਂ, ਇਹ ਬੋਲੀ ਹੈ, ਲੇਕਿਨ ਅਗਰ ਆਪਾਂ ਲਿਖਾਂਗੇ ਤਾਂ ਉਹ ਲਿਪੀ ਵਾਲੀ ਬੋਲੀ ਆ ਜਾਏਗੀ, ਠੀਕ ਹੈ। ਇੱਕ ਤਰ੍ਹਾਂ ਪਹਿਰਾਵਾ ਪਹਿਨਾ ਦਾਂਗੇ ਨਾ, ਵੀ ਜਿੱਥੇ ਕੌਮਾ ਲੱਗਣਾ, ਅੱਧਕ ਲੱਗਣਾ, ਬਿੰਦੀ ਟਿੱਪੀ ਲੱਗਣੀ ਹੈਗੀ, ਡੰਡੀ ਲੱਗਣੀ ਹੈਗੀ ਹੈ, ਕਿੱਥੇ ਜਿਹੜਾ ਵਿਰਾਮ ਲੈਣਾ, ਕਿੱਥੇ ਜਿਹੜੇ ਹੈਗੇ ਨੇ ਕਿਹੜੇ ਕਿਹੜੇ ਸਾਈਨ ਦੇਣੇ ਨੇ ਵਿਸਮਕ ਦੇ, ਸੋ ਇਹ ਸਾਰਾ ਕੁਛ। ਵਰਣ ਜਾਂ ਅੱਖਰ ਕਿਹਨੂੰ ਕਹਿੰਦੇ ਨੇ? ਵਰਣ ਜਦੋਂ ਮਨੁੱਖ ਬੋਲਦਾ ਤਾਂ ਉਸਦੇ ਮੂੰਹ 'ਚੋਂ ਭਿੰਨ ਭਿੰਨ ਪ੍ਰਕਾਰ ਦੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਆਵਾਜ਼ਾਂ ਨਿਕਲਦੀਆਂ ਨੇ। ਇਹਨਾਂ ਨੂੰ ਪ੍ਰਗਟਾ ਕਰਨ ਲਈ ਜੋ ਚਿੰਨ੍ਹ ਮਿੱਥੇ ਗਏ ਨੇ ਉਹਨਾਂ ਨੂੰ ਅਸੀਂ ਵਰਣ ਜਾਂ ਫਿਰ ਅੱਖਰ ਕਹਿੰਦੇ ਹਾਂ, ਜਿਵੇਂ ਕੱਕਾ, ਚੱਚਾ, ਟੈਂਕਾ, ਤੱਤਾ ਅਤੇ ਪੱਪਾ। ਵਰਣਮਾਲਾ ਕੀ ਹੁੰਦੀ ਹੈ? ਲਿਪੀ ਦੇ ਸਾਰੇ ਅੱਖਰਾਂ ਨੂੰ ਅਸੀਂ ਵਰਣਮਾਲਾ ਕਹਿੰਦੇ ਹਾਂ। ਤਾਂ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕਿਹੜੀ ਲਿਪੀ ਢੁਕਵੀਂ ਹੈ? ਗੁਰਮੁਖੀ ਲਿਪੀ ਹੀ ਢੁਕਵੀਂ ਹੈ, ਕਿਉਂਕਿ ਇਹਦੇ ਵਿੱਚ ਦੇਵਨਾਗਰੀ, ਫਾਰਸੀ, ਅੰਗਰੇਜ਼ੀ ਆਦਿ ਲਿਪੀਆਂ ਇਸ ਦੀ ਧੁਨੀਆਂ ਨੂੰ ਠੀਕ ਤਰ੍ਹਾਂ ਪ੍ਰਗਟ ਨਹੀਂ ਕਰ ਸਕਦੀਆਂ, ਲੇਕਿਨ ਗੁਰਮੁਖੀ ਦੀ ਲਿਪੀ ਜਿਹੜੀ ਹੈ ਪੰਜਾਬੀ ਭਾਸ਼ਾ ਨੂੰ ਬਿਲਕੁਲ ਸਟੀਕ ਤੌਰ ਦੇ ਉੱਤੇ, ਬਹੁਤ ਸਾਫ਼ ਸਿੰਪਲ ਤੌਰ ਦੇ ਉੱਤੇ ਇਹਨਾਂ ਨੂੰ ਡਿਸਕ੍ਰਾਈਬ ਕਰਦੀ ਹੈ, ਜੋ ਕਿ ਦੇਵਨਾਗਰੀ ਨਹੀਂ ਕਰਦੇ ਹੋ। ਤਾਂ ਹੁਣ ਤੁਸੀਂ ਦੇਖੋ ਦੇਵਨਾਗਰੀ ਦੇ ਵਿੱਚ ਹਿੰਦੀ ਦੀ ਲਿਪੀ 'ਚ ਕਿੰਨੇ ਅੱਖਰ ਨੇ, ਹੈ ਨਾ, ਅੰਗਰੇਜ਼ੀ ਦੀ ਭਾਸ਼ਾ ਦੇ ਵਿੱਚ 26 ਨੇ। ਤਾਂ ਇਹ ਕਹਿਣ ਦਾ ਮਤਲਬ ਕੀ ਹੈ? ਇੰਨੇ ਦੇ ਵਿੱਚ ਸਾਡਾ ਜਿਹੜਾ ਹੈਗਾ ਅਸੀਂ ਪੰਜਾਬੀ ਨੂੰ ਡਿਸਕ੍ਰਾਈਬ ਨਹੀਂ ਕਰ ਸਕਦੇ, ਤਾਂ ਹੀ ਗੁਰੂ ਅੰਗਦ ਦੇਵ ਜੀ ਨੇ ਆਪਾਂ ਨੂੰ ਲਿਪੀ ਦਿੱਤੀ ਹੈ। ਗੁਰਮੁਖੀ ਲਿਪੀ ਢੁਕਵੀਂ ਹੈ, 35 ਅੱਖਰ ਪੁਰਾਣੇ ਨੇ ਅਤੇ 6 ਨਵੇਂ ਨੇ, ਠੀਕ ਹੈ। ਛੱਛਾ, ਖੱਖਾ, ਗੱਗਾ, ਜੱਜਾ, ਫੱਫਾ, ਲੱਲਾ ਇਹ ਨਵੇਂ ਅੱਖਰ ਨੇ, ਤਾਂ ਟੋਟਲ ਕਿੰਨੇ ਹੋ ਗਏ? 41 ਹੋ ਗਏ। ਤਾਂ ਜਿਹੜੇ ਇਹਨਾਂ ਨੇ ਇਹ ਵੀ ਪੁੱਛ ਸਕਦੇ ਨੇ ਕਿਹੜੇ ਕਿਹੜੇ ਪੈਰੀ ਅੱਖਰ ਲਗਾ ਕੇ ਜਾਂ ਫਿਰ ਬਿੰਦੀ ਲਗਾ ਕੇ ਨਵੇਂ ਅੱਖਰ ਬਣੇ ਨੇ? ਤਾਂ ਛੱਛਾ, ਖੱਖਾ, ਗੱਗਾ, ਜੱਜਾ, ਫੱਫਾ, ਲੱਲਾ ਇਹ ਨਵੇਂ ਅੱਖਰ ਬਣੇ ਨੇ। 35 ਅੱਖਰੀ ਵੀ ਇਸ ਨੂੰ ਕਹਿੰਦੇ ਨੇ, 35 ਵੀ ਕਹਿੰਦੇ ਨੇ, ਪੰਜਾਬੀ ਲਿਪੀ ਵੀ ਕਹਿੰਦੇ ਨੇ, ਗੁਰਮੁਖੀ ਲਿਪੀ ਵੀ ਇਸ ਨੂੰ ਕਹਿੰਦੇ ਨੇ। ਲਿਪੀ ਅਤੇ ਵਰਣਮਾਲਾ 'ਚ ਕੀ ਅੰਤਰ ਹੈ? ਲਿਪੀ ਜਿਹੜੀ ਹੈਗੀ ਹੈ ਉਹ ਸਾਰੇ ਵਰਣਮਾਲਾ ਨੂੰ ਜਦੋਂ ਵਿਆਕਰਣ ਦਾ ਰੂਪ ਦਿੰਦੀ ਹੈਗੀ ਹੈ, ਇਸ ਨੂੰ ਪੋਸ਼ਾਕ ਬਣਾਉਂਦੇ ਆ, ਤਾਂ ਉਸ ਨੂੰ ਜਿਹੜਾ ਹੈ ਵਰਣਮਾਲਾ ਨੂੰ ਲਿਪੀ ਕਹਿ ਦਿੱਤਾ ਜਾਂਦਾ। ਲਗਾ ਮਾਤਰਾਵਾਂ ਕੀ ਹੁੰਦੀਆਂ ਨੇ? ਲਗਾ ਮਾਤਰਾ ਸੁਰਾਂ ਦੇ ਚਿੰਨ੍ਹ ਹੁੰਦੇ ਨੇ। ਜਿਵੇਂ ਪੰਜਾਬੀ ਭਾਸ਼ਾ ਵਿੱਚ 3 ਸੁਰ ਨੇ, ਊੜਾ, ਐੜਾ, ਈੜੀ, ਪਰ ਜਿਹੜਾ ਹੈ ਇਹਨਾਂ ਦੀ ਗਿਣਤੀ ਜਿਹੜੀ ਹੈ 10 ਹੈ। ਜਿਵੇਂ ਹੁਣ ਮੁਕਤਾ ਹੋ ਗਿਆ, ਠੀਕ ਹੈ, ਕੰਨਾ ਹੋ ਗਿਆ, ਸਿਹਾਰੀ, ਬਿਹਾਰੀ, ਔਂਕੜ, ਦਲੈਂਕੜ, ਠੀਕ ਹੈ, ਹੋੜਾ, ਘਨੋੜਾ, ਠੀਕ ਹੈ, ਲਾਵਾਂ, ਦਲਾਵਾਂ ਇਹ ਸਾਰੀਆਂ ਕੀ ਹੋ ਗਈਆਂ? ਲਗਾ ਮਾਤਰਾਵਾਂ ਹੁੰਦੀਆਂ ਨੇ, ਠੀਕ ਹੈ ਜੀ। ਗੁਰਮੁਖੀ ਲਈ ਕਿੰਨੀਆਂ ਲਗਾਵਾਂ ਦੀ ਵਰਤੋਂ ਕੀਤੀ ਜਾਂਦੀ ਹੈ? 10 ਜਿਹੜੀ ਹੈਗੀ ਹੈ ਲਗਾਵਾਂ ਦੀ ਵਰਤੋਂ ਕੀਤੀ ਜਾਂਦੀ ਹੈ।
ਲਗਾਵਾਂ ਤੋਂ ਜਾਣੂ ਹੋਏ ਬਿਨਾਂ ਤੁਸੀਂ ਸ਼ੁੱਧ ਪੰਜਾਬੀ ਲਿਖ ਸਕਦੇ ਹੋ? ਬਿਲਕੁਲ ਨਹੀਂ ਲਿਖ ਸਕਦੇ, ਬਿਕੋਜ਼ ਸਾਨੂੰ ਅਗਰ ਸੁਰਾਂ ਦੀ ਪਹਿਚਾਣ ਨਹੀਂ ਹੋਏਗੀ ਤਾਂ ਉਸਦਾ ਅਸੀਂ ਮਾਇਨੇ ਹੀ ਬਦਲ ਦੇਵਾਂਗੇ। ਠੀਕ ਹੈ। ਮੁਕਤਾ ਕੀ ਹੁੰਦਾ? ਜਿਸ ਦਾ ਕੋਈ ਵੀ ਚਿੰਨ੍ਹ ਨਹੀਂ ਹੁੰਦਾ ਤੇ ਆੜਾ ਦੀ ਆਵਾਜ਼, ਜਿਵੇਂ ਘਰ, ਠੀਕ ਹੈ, ਆੜੇ ਦੀ ਆਵਾਜ਼ ਆ ਰਹੀ ਹੈ ਪਿੱਛੇ, ਤਾਂ ਇਹ ਜਿਹੜਾ ਹੈਗਾ ਮੁਕਤਾ ਸਰ ਹੁੰਦਾ। ਉਸ ਤੋਂ ਬਾਅਦ 'ਚ 10 ਸੁਰ ਅੱਖਰ ਕਿਹੜੇ ਨੇ? ਇਹ ਸਾਰੇ ਹੁਣ ਜਿਹੜੇ ਆਪਾਂ ਪੜ੍ਹ ਕੇ ਹਟੇ ਹਾਂ, ਇਹ ਸਾਰੇ ਜਿਹੜੇ ਨੇ 10 ਸੁਰ ਅੱਖਰ ਨੇ। ਮੁਕਤਾ ਹੋ ਗਿਆ ਕੰਨਾ, ਸਿਆਰੀ, ਬਿਆਰੀ, ਔਂਕੜ, ਦਲੈਂਕੜ, ਲਾਵਾਂ, ਦੁਲਾਵਾਂ, ਹੋੜਾ ਅਤੇ ਘਨੌੜਾ। ਪੰਜਾਬੀ ਲਿਖਣ ਸਮੇਂ ਕਿਹੜੇ ਅੱਖਰਾਂ ਨੂੰ ਕੋਈ ਵੀ ਲਗਾ ਨਹੀਂ ਲੱਗਦੀ? ਮੁਕਤਾ ਨੂੰ ਨਹੀਂ ਲੱਗਦੀ। ਠੀਕ ਹੈ। ਆੜੇ ਦੀ ਜਿਹੜੇ ਹੈਗੇ ਇਹਨੂੰ ਮੁਕਤਾ ਨੂੰ ਕੋਈ ਵੀ ਜਿਹੜੀ ਹੈਗੀ ਹੈ ਲਾ ਨਹੀਂ ਲੱਗਦੀ। ਲਗਾਖਰ ਕਿਹੜੇ ਹੁੰਦੇ ਨੇ? ਲਗਾਖਰ ਜਿਹੜੇ ਨੇ ਬਿੰਦੀ, ਟਿੱਪੀ ਅਤੇ ਅੱਧਕ। ਦੋਹਰੀ ਆਵਾਜ਼ ਲਈ ਅੱਧਕ, ਟਿੱਪੀ ਤੇ ਬਿੰਦੀ ਜਿਹੜਾ ਹੈਗਾ ਅਸੀਂ ਨੰਨੇ 'ਚੋਂ ਜਦੋਂ ਆਵਾਜ਼ ਨਿਕਲਦੀ ਹੈ, ਨੱਕ ਦੇ ਵਿੱਚੋਂ ਸੋਰੀ ਆਵਾਜ਼ ਨਿਕਲਦੀ ਹੈ, ਉਸ ਨੂੰ ਕਹਿੰਦੇ ਆ। ਊੜਾ ਐੜਾ ਈੜੀ ਨਾਲ ਬਿੰਦੀ ਅਤੇ ਟਿੱਪੀ ਦੀ ਵਰਤੋਂ ਕਿੱਦਾਂ ਹੁੰਦੀ ਹੈ? ਊੜਾ ਐੜਾ ਈੜੀ ਨਾਲ ਨਾਸਕੀ, ਬਿੰਦੀ ਅਤੇ ਟਿੱਪੀ ਲੱਗਦੇ ਨੇ। ਠੀਕ ਹੈ। ਕੰਨਾ, 8 ਲਗਾਵਾਂ ਨੇ ਜਿਹੜੀਆਂ, ਕੰਨਾ, ਬਿਹਾਰੀ, ਔਂਕੜ, ਦਲੈਂਕੜ, ਲਾਵਾਂ, ਦਲਾਵਾਂ, ਹੋੜਾ, ਘਨੌੜਾ, ਇਹਨਾਂ ਨਾਲ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ। ਆਦਰ, ਸਾਈਂ, ਕਿਉਂ, ਖਾਊਂ, ਜਾਏ, ਐਂਠ, ਓਤਰਾ। ਠੀਕ ਹੈ। ਸੋ ਇਹ ਸਾਰੀਆਂ ਚੀਜ਼ਾਂ। ਅੱਧਕ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ? ਜਦੋਂ ਜਿਹੜਾ ਹੈ ਦੂਹਰੀ ਆਵਾਜ਼ ਆਉਂਦੀ ਹੈ, ਜਿਵੇਂ ਸੱਚ, ਹਿੱਕ, ਭੁੱਖ, ਅੱਛਾ, ਤਾਂ ਦੋਹਰੇ ਜਿਹੜਾ ਹੈ ਡਬਲ ਦਬਾਅ ਪਾਇਆ ਜਾਂਦਾ, ਤਾਂ ਉਸ ਅਸੀਂ ਜਿਹੜਾ ਹੈ ਅੱਧਕ ਲਗਾਉਂਦੇ ਹਾਂ। ਤਾਂ ਅੱਧਕ ਦੀ ਵਰਤੋਂ ਮੁਕਤਾ ਅੱਖਰ ਦੇ ਵਿੱਚ, ਸਿਹਾਰੀ ਦੇ ਵਿੱਚ ਔਂਕੜ ਲਗਾਉਣ ਦੇ ਨਾਲ ਹੁੰਦੀ ਹੈ। ਪਰ ਕਈ ਵਾਰ ਅੰਗਰੇਜ਼ੀ ਦੇ ਕੁਝ ਵਰਡਸ ਨੇ ਤਾਂ ਅਸੀਂ ਜਿਹੜਾ ਹੈ ਫਿਰ ਵੀ ਅੱਧਕ ਯੂਜ਼ ਕਰਦੇ, ਜਿਵੇਂ ਪੈਨ ਲਿਖਣ ਲਈ, ਪ੍ਰੈਸ ਲਿਖਣ ਲਈ, ਡਾਕਟਰ ਲਿਖਣ ਲਈ ਵੀ ਉੱਤੇ ਅੱਧਕ ਲਗਾਉਂਦੇ ਹਾਂ, ਕਿਉਂਕਿ ਡਾਕਟਰ ਡਾਇਰੈਕਟ ਜਿਹੜਾ ਹੈ, ਪ੍ਰੈਸ ਜਿਹੜਾ ਹੈ, ਪੈਨ ਜਿਹੜਾ ਹੈ ਅੰਗਰੇਜ਼ੀ ਤੋਂ ਆਇਆ, ਇਸ ਕਰਕੇ ਅਸੀਂ ਇਹਨਾਂ ਦੇ ਉੱਤੇ ਵੀ ਅੱਧਕ ਲਗਾ ਦਿੰਦੇ ਹਾਂ। ਸੰਯੁਕਤ ਅੱਖਰ ਕਿਹੜੇ ਹੁੰਦੇ ਨੇ? ਸੰਯੁਕਤ ਜਾਂ ਫਿਰ ਦੁੱਤ ਅੱਖਰ ਕਿਹੜੇ ਹੁੰਦੇ ਨੇ? ਮੁਕਤਾ ਜਿਹੜੀ ਹੈ ਪੰਜਾਬੀ ਦੀ ਇੱਕ ਅਜਿਹੀ ਲੱਗ ਹੈ ਜਿਸ ਦਾ ਕੋਈ ਵੀ ਚਿੰਨ੍ਹ ਨਹੀਂ ਹੁੰਦਾ, ਪਰ ਸਵਰ ਆੜੇ ਦੇ ਨਾਲ ਲੱਗ ਕੇ ਸਾਰੇ ਵਿਅੰਜਨਾਂ ਦਾ ਲੁਪਤ ਰੂਪ ਵਿੱਚ ਲੱਗੀ ਹੁੰਦੀ ਹੈ। ਸੰਯੁਕਤ ਅੱਖਰ ਜੋੜਵੇਂ ਜਾਂ ਦੁੱਤ ਅੱਖਰ ਹੁੰਦੇ ਨੇ, ਜਿਵੇਂ ਪੈਰੀ ਰਾਰਾ ਆਪਾਂ ਪਾਉਂਦੇ ਹਾਂ, ਪੈਰੀ ਹਾਹਾ ਪਾਉਂਦੇ ਹਾਂ, ਵਾਵਾ ਪਾਉਂਦੇ ਹਾਂ, ਤਾਂ ਇਹ ਸਾਰੇ ਕਹਿੰਦੇ, ਜਿਵੇਂ ਪ੍ਰੇਮ, ਪੜ੍ਹ, ਸਵੈ, ਤਾਂ ਇਹ ਸੰਯੁਕਤ ਜਿਹੜੇ ਨੇ ਅੱਖਰ ਨੇ। ਠੀਕ ਹੈ। ਦੁੱਤ ਅੱਖਰਾਂ ਦੀ ਇਹ ਪਛਾਣ ਹੈ। ਲੱਲੇ ਅਤੇ ਪੈਰੀ ਲੱਲੇ 'ਚ ਕੀ ਅੰਤਰ ਹੈ? ਦੇਖੋ, ਲੱਲਾ ਧੁਨੀ ਨੂੰ ਉਚਾਰਨ ਸਮੇਂ ਜੀਭ ਉੱਪਰਲੇ ਦੰਦਾਂ ਦੇ ਅੰਦਰਲੇ ਪਾਸੇ 'ਚ ਹੁੰਦੀ ਹੈ, ਪਰ ਲੱਲੇ ਦੇ ਪੈਰ ਬਿੰਦੀ ਜਦੋਂ ਉਚਾਰਨ ਕਰਦੇ ਹਾਂ ਤਾਂ ਜੀਭ ਕਠੋਰ ਉਲਟ ਕੇ ਕਠੋਰ ਤਾਲੂ ਨੂੰ ਚੁੰਦੀ ਹੈ। ਤਾਂ ਜਲ ਦਾ ਅਰਥ ਹੈ ਪਾਣੀ, ਜਦੋਂ ਅਸੀਂ ਕਹਿੰਦੇ ਹਾਂ ਜਲ ਤਾਂ ਉਸਦਾ ਹੈ ਸੜ। ਬਲ ਦਾ ਹੈਗਾ ਤਾਕਤ, ਬਲ ਜਦੋਂ ਅਸੀਂ ਕਰਦੇ ਹਾਂ ਤਾਂ ਉਹਦਾ ਹੈ ਸੜ। ਠੀਕ ਹੈ। ਸੋ ਇਹ ਅੱਖਰ ਹੀ ਬਦਲ ਜਾਂਦੇ ਨੇ। ਗੁਰਮੁਖੀ ਦਾ ਨਾਮ ਕੀ ਹੈ? 35 ਅੱਖਰੀ 35। ਠੀਕ ਹੈ। ਇਹ ਸਾਰਾ ਕੁਛ ਤਾਂ ਆਪਾਂ ਪਹਿਲਾਂ ਹੀ ਕਰ ਚੁੱਕੇ ਹਾਂ। ਗੁਰਮੁਖੀ ਲਿਪੀ ਜਿਹੜੀ ਹੈਗੀ ਆ ਉਹ ਆਪਣੀ ਬ੍ਰਹਮੀ ਲਿਪੀ ਤੋਂ, ਟਾਕਰੀ ਤੋਂ, ਸ਼ਾਰਦਾ ਲਿਪੀ ਤੋਂ ਜਿਹੜੀ ਹੈਗੀ ਹੈ ਵਿਕਸਿਤ ਹੋਈ ਹੈ। ਸੋ ਗੁਰਮੁਖੀ ਲਿਪੀ ਦਾ ਇਹ ਨਾਮ ਕਿਵੇਂ ਪਿਆ? ਤਾਂ ਗੁਰਮੁਖੀ ਲਿਪੀ ਦਾ ਇਹ ਨਾਮ ਇਸ ਕਰਕੇ ਪਿਆ ਕਿ ਗੁਰੂ ਦੇ ਮੁਖ 'ਚੋਂ ਇਹ ਨਿਕਲੀ ਹੈ, ਗੁਰੂ ਦੇ ਮੂੰਹ ਦੇ ਵਿੱਚੋਂ ਇਹ ਨਿਕਲੀ ਹੈ। ਤਾਂ ਇਸ ਨੂੰ ਗੁਰੂ ਸਾਹਿਬ, ਗੁਰੂ ਨਾਨਕ ਦੇਵ ਜੀ ਜਾਂ ਗੁਰੂ ਅੰਗਦ ਦੇਵ ਜੀ ਨੇ ਬਣਾਇਆ, ਪਰ ਇਹ ਗੱਲ ਸਹੀ ਨਹੀਂ ਸੀ। ਅਸਲ ਵਿੱਚ ਇਸ ਲਿਪੀ ਦੀ ਸਭ ਤੋਂ ਵੱਧ ਵਰਤੋਂ ਗੁਰੂ ਸਾਹਿਬਾਂ ਨੇ ਕੀਤੀ ਸੀ। ਗੁਰੂ ਸਾਹਿਬਾਂ ਨੇ ਗੁਰਬਾਣੀ ਨੂੰ ਲਿਖਣ ਲਈ ਪ੍ਰਚਲਿਤ ਲਿਪੀ ਦੇ ਵਿੱਚ ਕੁਝ ਸੁਧਾਰ ਕੀਤੇ ਸੀ, ਸੋ ਉਸ ਦਾ ਨਾਮ ਹੋ ਗਿਆ ਗੁਰਮੁਖੀ ਲਿਪੀ। ਤਾਂ ਗੁਰੂ ਨਾਨਕ ਦੇਵ ਜੀ ਦੇ ਟਾਈਮ ਵੀ ਸੀ, ਬਟ ਉਸ ਦੇ ਵਿੱਚ ਕਾਫੀ ਸਾਰੀਆਂ ਪ੍ਰੋਬਲਮਸ ਸੀਗੀਆਂ, ਲੇਕਿਨ ਗੁਰੂ ਅੰਗਦ ਦੇਵ ਜੀ ਨੇ ਇਸ ਨੂੰ ਸਰਲ ਸਟੀਕ ਰੂਪ ਦਿੱਤਾ ਅਤੇ ਸਾਨੂੰ ਸਮਝਣ ਦੇ ਵਿੱਚ ਜਿਹੜੀ ਹੈ, ਗੁਰਬਾਣੀ ਸਮਝਣ ਦੇ ਵਿੱਚ ਵੀ ਸਾਨੂੰ ਆਸਾਨੀ ਹੋ ਗਈ। ਪੰਜਾਬੀ ਨਾਲ ਕੀ ਰਿਸ਼ਤਾ ਹੈ? ਬਹੁਤ ਗੂੜਾ ਰਿਸ਼ਤਾ ਹੈਗਾ। ਗੁਰਮੁਖੀ ਲਿਪੀ ਦਾ ਜਨਮ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਹੀ ਹੋਇਆ ਹੈਗਾ ਅਤੇ ਪੰਜਾਬੀ ਨੂੰ ਛੱਡ ਕੇ ਗੁਰਮੁਖੀ ਲਿਪੀ ਹੋਰ ਕਿਸੇ ਭਾਸ਼ਾ ਨੂੰ ਨਹੀਂ ਲਿਖ ਸਕਦੀ। ਠੀਕ ਹੈ। ਪੰਜਾਬੀ ਭਾਸ਼ਾ ਦੀਆਂ ਸਾਰਥਕ ਧੁਨੀਆਂ ਨੂੰ ਅੱਖਰਾਂ ਵਿੱਚ ਚਿੰਨ੍ਹਿਤ ਕਰਨ ਲਈ ਜੋ ਵੀ ਲਿਖਣ ਪ੍ਰਬੰਧ ਉਸਾਰਿਆ ਤਾਂ ਉਸ ਨੂੰ ਅਸੀਂ ਗੁਰਮੁਖੀ ਲਿਪੀ ਕਹਿੰਦੇ ਹਾਂ। ਅਤੇ ਪੰਜਾਬੀ ਦੀਆਂ ਸਾਰੀਆਂ ਧੁਨੀਆਂ ਨੂੰ ਇਹ ਪ੍ਰਗਟਾ ਕਰਦੀ ਹੈਗੀ ਹੈ, ਕੋਈ ਵੀ ਧੁਨੀ ਨੂੰ ਇਹ ਛੱਡਦੀ ਨਹੀਂ ਹੈਗੀ ਸਾਡੀ ਗੁਰਮੁਖੀ ਲਿਪੀ। ਅਤੇ ਟਾਕਰੀ, ਸ਼ਾਰਦਾ, ਬ੍ਰਹਮੀ ਲਿਪੀ 'ਚੋਂ ਇਹ ਉਤਪੰਨ ਹੋਈ ਹੈ। ਠੋਸੀ ਹੋਈ ਲਿਪੀ ਨਹੀਂ ਹੈ, ਸਗੋਂ ਅਸੀਂ ਪ੍ਰਣਾਈ ਹੋਈ ਹੈ। ਅਸੀਂ ਖੁਦ ਜਿਹੜੀ ਹੈ ਇਸ ਨੂੰ ਮੋਤੀਆਂ ਵਾਂਗੂ ਪਿਰੋਇਆ ਹੋਇਆ। ਕਿਹਨਾਂ ਨੇ ਪਿਰੋਇਆ? ਗੁਰੂ ਅੰਗਦ ਦੇਵ ਜੀ ਨੇ ਇਸ 'ਚ ਬਹੁਤ ਕੰਮ ਕੀਤਾ। ਸਹਾਇਕ ਚਿੰਨ੍ਹ ਕਿਹੜੇ ਹੁੰਦੇ ਨੇ? ਜਦੋਂ ਸਹਾਇਤਾ ਦੇ ਲਈ ਜਿਹੜਾ ਹੈ, ਦੁੱਤੀ ਕਰਨ ਦੇ ਲਈ, ਦੋਹਰੇ ਉਚਾਰਨ ਲਈ, ਨੱਕ ਤੋਂ ਜਿਹੜੀਆਂ ਧੁਨੀਆਂ ਆਉਂਦੀਆਂ ਨੇ ਉਹਨਾਂ ਨੂੰ ਉਚਾਰਨ ਲਈ ਜਦੋਂ ਵਰਡਸ ਯੂਜ਼ ਕੀਤੇ ਜਾਂਦੇ, ਚਿੰਨ੍ਹ ਯੂਜ਼ ਕੀਤੇ ਜਾਂਦੇ ਨੇ, ਉਸ ਨੂੰ ਅਸੀਂ ਸਹਾਇਕ ਚਿੰਨ੍ਹ ਕਹਿੰਦੇ ਹਾਂ। ਠੀਕ ਹੈ। ਜਦੋਂ ਨੱਕ 'ਚੋਂ ਆਵਾਜ਼ ਨਿਕਲ ਰਹੀ ਹੈ, ਦੋਹਰਾ ਉਚਾਰਨ ਹੋ ਰਿਹਾ, ਜਦੋਂ ਅਸੀਂ ਉਹਨਾਂ ਨੂੰ ਡਿਸਕਰਾਈਬ ਕਰਨ ਲਈ ਕੋਈ ਚਿੰਨ੍ਹ ਵਰਤੀਏ ਤਾਂ ਉਹ ਸਹਾਇਕ ਚਿੰਨ੍ਹ ਹੁੰਦੇ ਨੇ। ਸੋ ਥੈਂਕ ਯੂ ਸੋ ਮਚ। ਮਿਲਦੇ ਹਾਂ ਨਵੇਂ ਵੀਡੀਓ ਦੇ ਨਾਲ।